हाँ जी, सत श्री अकाल जी। अज आप गल करांगे लीव ट्रैवल कंसैशन बारे LTC दे पार्ट 2 बारे, क्योंकि पार्ट 1 च मैं पहले ही लीव ट्रैवल कंसैशन दे कुछ इंस्ट्रक्शन आ ਜਿਹੜੇ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ। ਉਸ ਦੇ ਵਿੱਚੋਂ ਕੁਝ ਰਹਿ ਗਏ ਸੀ ਇੰਸਟਰਕਸ਼ਨ, ਤੇ ਦੈਨ ਉਹਦੇ ਬਾਰੇ ਮੈਂ ਗੱਲ ਕਰਾਂਗਾ ਅੱਜ। ਉਹਦੇ ਵਿੱਚ ਤੁਹਾਨੂੰ ਮੈਂ ਬਰੀਫ ਜਿਹਾ ਦੱਸਦਾ। ਉਹਦੇ ਵਿੱਚ ਮੈਂ ਦੱਸਿਆ ਸੀ ਕਿ LTC ਦੇ ਜਿਹੜਾ ਬਲੌਕ ਈਅਰ ਬਾਰੇ ਗੱਲ ਕੀਤੀ ਸੀ ਕਿ 4 ਈਅਰ ਦਾ ਬਲੌਕ ਹੁੰਦਾ, ਦੈਨ ਉਹਦੇ ਫੈਮਿਲੀ ਮੈਂਬਰਸ ਦਾ ਕ੍ਰਾਈਟੇਰੀਆ ਕੀ ਹੁੰਦਾ, ਕਿਹੜੇ ਕਿਹੜੇ ਮੈਂਬਰ ਜਿਹੜੇ ਇੰਪਲੋਈ ਦੇ ਨਾਲ ਜਿਹੜੇ LTC ਅਵੇਲ ਕਰ ਸਕਦੇ ਨੇ, LTC ਤੇ ਜਾ ਸਕਦੇ ਨੇ। ਦੈਨ ਉਹਦੇ ਵਿੱਚ ਮੈਂ ਦੱਸਿਆ ਸੀ ਕਿ ਕਿਹੜੇ ਕਿਹੜੇ ਗ੍ਰੇਡ ਪੇ ਉਹਦੇ ਵਿੱਚ ਫਾਲ ਕਰਦੇ ਨੇ। ਉਹ ਤੁਹਾਨੂੰ ਉਹਦੇ ਮੈਂ ਇੰਸਟਰਕਸ਼ਨ ਦੱਸੇ ਸੀ। ਹੋਮ ਟਾਊਨ ਲੀਵ ਇਨਕੈਸ਼ਮੈਂਟ ਬਾਰੇ ਦੱਸਿਆ ਸੀ ਕਿ LTC ਦੇ ਨਾਲ ਲੀਵ ਇਨਕੈਸ਼ਮੈਂਟ ਦਾ ਵੀ ਜੁੜਿਆ ਹੁੰਦਾ। ਜੇ ਲੀਵ ਇਨਕੈਸ਼ਮੈਂਟ ਲੈਣੀ ਹੋਵੇ 10 ਡੇ ਦੀ ਲੀਵ ਇਨਕੈਸ਼ਮੈਂਟ ਮਿਲਦੀ ਹੈਗੀ ਆ। ਦੈਨ ਅੱਗੇ ਗੱਲ ਕਰਦੇ ਜੀ ਅੱਜ ਇੰਸਟਰਕਸ਼ਨ ਬਾਰੇ। ਹੋਰ ਇੰਸਟਰਕਸ਼ਨ ਬਾਰੇ ਜਿਹੜੇ ਕੁਝ ਰਹਿ ਗਿਆ ਸੀਗਾ, ਉਹ ਨੋਟੀਫਿਕੇਸ਼ਨ ਮੈਂ 15/9/16 ਦਾ ਜਿਹੜਾ ਜ਼ਿਕਰ ਕੀਤਾ ਸੀ ਉਹਦੇ ਅਕੋਰਡਿੰਗ ਦੱਸਿਆ ਸੀਗਾ। 15/9/16 3/12/10 ਦੀ ਨੋਟੀਫਿਕੇਸ਼ਨ ਦੇ ਰੈਫਰੈਂਸ ਦੇ ਵਿੱਚ ਹੀ ਅੱਗੇ ਰਿਵਾਈਜ਼ ਕੀਤੀ ਗਈ ਸੀਗੀ। ਉਹਦੇ ਵਿੱਚ ਲਿਖਿਆ ਸੀ ਕਿ ਜੇ ਕਿਸੇ ਇੰਪਲਾਈ ਦੀ ਪਹਿਲਾਂ ਦਰਸਾਈ ਗਈ ਜਿਹੜੀ ਨੋਟੀਫਿਕੇਸ਼ਨ ਦੇ ਵਿੱਚ ਹੱਕਦਾਰੀ ਉਸ ਦੇ ਨਾਲੋਂ ਘਟਦੀ ਆ, ਤਾਂ ਉਹ ਜਿਹੜੀ ਹੱਕਦਾਰੀ ਉਹਦੀ ਨਹੀਂ ਘਟਾਈ ਜਾਊਗੀ। ਮੀਨਸ ਇੰਟਾਈਟਲਮੈਂਟ ਵਿਲ ਨਾਟ ਵੀ ਡੀਕਰੀਜ਼। ਤੇ ਇਹਦਾ ਮਤਲਬ ਕਹਿੰਦਾ ਇਹ ਹੈ ਕਿ ਜੇ ਕਿ ਪਹਿਲਾ ਇੰਪਲਾਈ ਦਾ ਜਿਹੜਾ ਉਹ ਨੋਟੀਫਿਕੇਸ਼ਨ ਦੇ ਅਕੋਰਡਿੰਗ ਦੱਸਿਆ ਗਿਆ ਸੀ ਕਿ 4th ਪੇ ਕਮਿਸ਼ਨ 'ਚ ਜਿਹੜੇ ਗ੍ਰੇਡ ਪੇ ਸੀਗੇ, ਦੈਨ 5th 'ਚ ਚੇਂਜ ਹੋ ਗਏ ਸੀ। ਜੇ ਉਹਦੇ 'ਚ ਗ੍ਰੇਡ ਪੇ ਉਹਦਾ ਵੱਧ ਸੀ 4th ਦੇ ਵਿੱਚ, ਤੇ 5th ਦੇ ਵਿੱਚ ਇਸ ਨੋਟੀਫਿਕੇਸ਼ਨ 'ਚ ਆ ਕੇ ਉਹਦਾ ਘਟ ਗਿਆ ਹੈਗਾ 5th ਦੇ ਅਕੋਰਡਿੰਗ, ਦੈਨ ਉਹ ਜਿਹੜਾ 4th ਦੇ ਅਕੋਰਡਿੰਗ ਹੀ ਜਿਹੜਾ ਅਵੇਲ ਕਰ ਸਕਣਗੇ LTC। ਸੈਕਿੰਡ ਆ ਜਾਂਦਾ ਜੀ ਫੈਮਿਲੀ ਮੈਂਬਰ। ਉਹਦੇ ਵਿੱਚ ਰਹਿ ਗਿਆ ਸੀ ਦੱਸਣ ਵਾਲਾ ਕਿ ਹਸਬੈਂਡ ਐਂਡ ਵਾਈਫ ਜੇ ਡਿਪੈਂਡੈਂਟ ਹੈਗੇ ਵੀ ਆ ਚਾਹੇ ਨਹੀਂ ਵੀ ਹੈਗੇ। ਮੰਨ ਲਓ ਕਿ ਹਸਬੈਂਡ ਐਂਡ ਵਾਈਫ ਦੋਨੇ ਇੰਪਲੋਈਜ਼ ਨੇ, ਗੌਰਮੈਂਟ ਇੰਪਲੋਈਜ਼ ਨੇ। ਦੈਨ ਹਸਬੈਂਡ ਜੇ LTC ਅਵੇਲ ਕਰ ਰਿਹਾ ਤੇ ਵਾਈਫ ਉਹਦੇ ਨਾਲ ਉਹ LTC ਲਈ ਜਿਹੜਾ ਹੈਗਾ ਵਿਜ਼ਿਟ ਕਰ ਸਕੇਗੀ। LTC ਅਵੇਲ ਮੀਨਸ ਕਿ ਹਸਬੈਂਡ ਦੇ ਨਾਲ ਉਹ ਜਿਹੜਾ ਹੈਗਾ ਜਾ ਸਕੇਗੀ। ਬਟ ਇੱਥੇ ਇਹ ਮੈਂ ਕਲੈਰੀਫਾਈ ਕਰ ਦੇਵਾਂ ਕਿ ਹਸਬੈਂਡ ਐਂਡ ਵਾਈਫ ਦੋਨੋਂ ਜੇ ਗੌਰਮੈਂਟ ਇੰਪਲਾਈ ਆ, ਦੈਨ ਉਹ ਸੇਮ ਬਲੌਕ ਈਅਰ ਜਿਹੜਾ 4 ਈਅਰ ਦਾ ਬਲੌਕ ਈਅਰ ਹੁੰਦਾ, 4 ਸਾਲਾਂ ਦਾ ਬਲੌਕ ਈਅਰ ਹੁੰਦਾ, ਉਹਦੇ ਵਿੱਚ ਸੇਮ ਬਲੌਕ ਈਅਰ 'ਚ ਦੋਵੇਂ LTC ਅਵੇਲ ਨਹੀਂ ਕਰ ਸਕਣਗੇ, ਅਲੱਗ-ਅਲੱਗ ਕਰ ਸਕਣਗੇ। ਜਿਸ 'ਚ ਇੱਕ 'ਚ ਕਰਨਗੇ, ਇੱਕ 'ਚ ਹਸਬੈਂਡ ਕਰੂਗਾ, ਦੈਨ ਵਾਈਫ ਉਹਦੇ ਨਾਲ ਜਾ ਸਕੂਗੀ। ਜੇ ਵਾਈਫ ਅਵੇਲ ਕਰ ਰਹੀ LTC ਬਲੌਕ ਈਅਰ ਜਿਹੜਾ ਹੈਗਾ, ਦੈਨ ਉਹ ਹਸਬੈਂਡ ਉਹਦੇ ਨਾਲ ਜਾ ਸਕੇਗਾ। ਦੈਨ ਉਹਦੇ ਫੈਮਿਲੀ ਮੈਂਬਰਸ ਅੱਗੇ ਤੁਸੀਂ ਕਾਈਂਡਲੀ ਰੀਡ ਕਰ ਲਿਓ। 2 ਅਨਮੈਰਿਡ ਲਿਵਿੰਗ ਚਿਲਡਰਨ ਆਉਣਗੇ ਇਹਦੇ 'ਚ, ਜਿਹੜੇ ਫੁੱਲੀ ਡਿਪੈਂਡੈਂਟ ਔਨ ਇੰਪਲਾਈ ਹੋਣ। ਦੈਨ ਪੇਰੈਂਟਸ ਆਉਣਗੇ ਜੀ ਜਿਹੜੇ ਇੰਪਲਾਈ ਨਾਲ ਜਿਹੜੇ ਰਹਿੰਦੇ ਹੋਣ। ਦੈਨ ਅਨਮੈਰਿਡ ਮਾਈਨਰ ਬ੍ਰਦਰਸ ਆਉਣਗੇ, ਜਿਹੜੇ ਮਾਈਨਰ ਕੇ 18 ਸਾਲ ਤੋਂ ਘੱਟ ਹੋਣ। ਬ੍ਰਦਰ ਸਿਸਟਰਸ ਆਉਣਗੇ, ਅਨਮੈਰਿਡ ਮਾਈਨਰ ਬ੍ਰਦਰ ਐਂਡ ਸਿਸਟਰਸ ਆਉਣਗੇ। ਇਹਦੇ ਵਿੱਚ ਸਿਸਟਰ ਦੇ ਵਿੱਚ ਗਾਂ ਡਿਵੋਰਸ ਸਿਸਟਰਸ ਵੀ ਆਉਣਗੀਆਂ, ਪਰ ਉਹ ਡਿਪੈਂਡੈਂਟ ਔਨ ਇੰਪਲਾਈ ਹੋਣ। ਸਬਜੈਕਟ ਟੂ ਕੰਡੀਸ਼ਨ, ਇੱਕ ਕੰਡੀਸ਼ਨ ਇਹ ਵੀ ਹੈਗੀ ਆ ਕਿ ਉਹ ਪੇਰੈਂਟਸ ਉਹਦੇ ਜਿਹੜੇ ਹੈਗੇ ਆ, ਪੇਰੈਂਟਸ ਆ ਜਿਹੜੇ ਉਹ ਜਿਉਂਦੇ ਨਾ ਹੋਣ। ਦੈਨ ਆ ਜਾਂਦੀ ਜੀ ਡਿਵੋਰਸ ਡਾਟਰਸ, ਜਿਹੜੀਆਂ ਇੰਪਲਾਈ ਨਾਲ ਜਿਹੜੇ ਰਿਸਾਈਡਿੰਗ ਵਿਦ ਇੰਪਲਾਈ, ਮੀਨਸ ਕਿ ਜਿਹੜੀ ਹੈਗੀ ਆ ਇੰਪਲਾਈ ਨਾਲ ਉਹ ਜਿਹੜਾ ਹੈਗਾ ਰਹਿੰਦੀ ਹੋਵੇ, ਉਹਦੀ ਡਾਟਰਸ ਡਿਵੋਰਸ ਹੋ ਚੁੱਕਿਆ ਹੋਵੇ ਭਾਵੇਂ। ਦੈਨ ਆ ਜਾਂਦੀ ਉਹ ਪੂਰੀ ਤਰ੍ਹਾਂ ਡਿਪੈਂਡੈਂਟ ਹੋਣ ਇੰਪਲਾਈ 'ਤੇ। ਦੈਨ 30/6/1998 ਦੀ ਇੱਕ ਨੋਟੀਫਿਕੇਸ਼ਨ ਹੈਗੀ LTC ਦੇ ਸੰਬੰਧੀ। ਉਹਦੇ ਵਿੱਚ ਹੈਗਾ ਕਿ ਰੇਲਵੇ ਬੁਕਿੰਗ 'ਤੇ ਜੇ ਆਪਾਂ ਫੇਅਰ ਦਾ ਜਿਹੜਾ ਹੈਗਾ ਰੇਲਵੇ ਬੁਕਿੰਗ ਟਿਕਟ ਬੁਕਿੰਗ ਕਰਵਾਈਆਂ ਹੈਗੀਆਂ, ਟਿਕਟਸ ਬੁੱਕ ਕਰਵਾਈਆਂ, ਉਹਦਾ ਜਿਹੜਾ ਫੇਅਰ ਹੈਗਾ ਟੋਟਲ ਫੇਅਰ ਬਣਦਾ ਉਹਦਾ ਐਸਟੀਮੇਟ, ਉਹਦਾ 90% ਐਡਵਾਂਸ ਆਪਾਂ ਜਿਹੜਾ ਹੈਗਾ ਵਿਦਡਰਾ ਕਰਾ ਸਕਦੇ ਹੋ, ਪਰ 2 ਮਹੀਨੇ ਪਹਿਲਾਂ ਵਿਦਡਰਾ ਕਰਵਾਉਣਾ ਪਵੇਗਾ। ਦੈਨ 9/9/1998 ਦੀ 11/3/1974 'ਚ ਇੱਕ ਨੋਟੀਫਿਕੇਸ਼ਨ ਸੀ LTC ਦੀ, ਜਿਹਦੇ ਵਿੱਚ ਇਹ ਸੀਗਾ ਕਿ ਕਲਾਸ 4 ਨੂੰ ਛੱਡ ਕੇ 160 ਕਿਲੋਮੀਟਰ ਦੀ ਦੂਰੀ ਬਾਕੀ ਸਾਰੇ ਇੰਪਲੋਈਜ਼ ਲਈ ਰੱਖੀ ਗਈ ਸੀਗੀ। 400 ਕਿਲੋਮੀਟਰ ਦੀ ਦੂਰੀ ਹੋਵੇ ਤਾਂ ਹੋਮ ਟਾਊਨ ਜਿਹੜਾ ਹੈ ਉਹ ਵਿਜ਼ਿਟ ਕਰ ਸਕਦਾ ਹੈ ਇੰਪਲਾਈ ਆ ਜਿਹੜਾ। ਤੇ ਕਲਾਸ 4 ਲਈ ਸੀਗਾ ਕਿ 160 ਕਿਲੋਮੀਟਰ। ਦੈਨ 9/9/98 ਦੀ ਨੋਟੀਫਿਕੇਸ਼ਨ ਦੇ ਅਕੋਰਡਿੰਗ ਹੈ ਜਿਹੜੀ ਹੋਮ ਟਾਊਨ ਵਿਜ਼ਿਟ ਕਰਨ ਦੀ ਜਿਹੜੀ ਡਿਸਟੈਂਸ ਸੀਗੀ, ਲਿਮਟ ਸੀਗੀ ਡਿਸਟੈਂਸ ਦੀ, ਉਹ ਖਤਮ ਕਰ ਦਿੱਤੀ ਗਈ ਸੀ ਕਿ ਕੋਈ ਲਿਮਟ ਨਹੀਂ ਰੱਖੀ ਗਈ। ਉਹਦੇ ਵਿੱਚ ਖਤਮ ਕਰ ਦਿੱਤੀ ਗਈ ਕਿ ਕਿੰਨੀ ਵੀ ਦੂਰੀ ਹੋਵੇ, ਕਿੰਨੀ ਵੀ ਡਿਸਟੈਂਸ ਹੋਵੇ ਹੋਮ ਟਾਊਨ ਦੀ ਵਿਜ਼ਿਟ ਕਰਨ ਦੀ, ਅੰਡਰ LTC ਉਹ ਜਿਹੜਾ ਹੈਗਾ ਹੋਮ ਟਾਊਨ ਇੰਪਲਾਈ ਵਿਜ਼ਿਟ ਕਰ ਸਕਦਾ ਜੀ। ਦੈਨ 9/3/1999 ਦੇ ਵਿੱਚ ਜਦੋਂ LTC ਇਸ ਤੋਂ ਪਹਿਲਾਂ ਵੀ ਸ਼ੁਰੂ ਹੋਇਆ 1974, ਉਦੋਂ ਇਹ ਨੈਕਚਰ ABC ਉਹਦੇ ਵਿੱਚ ਨੋਟੀਫਿਕੇਸ਼ਨ ਦੇ ਨਾਲ ਐਜ਼ ਅ ਇਨਕਲੂਜ਼ਰ ਸੀਗੇ। ਇਹ ਹੈ ਜਿਹੜਾ ਐਜ਼ ਐਪਲੀਕੇਸ਼ਨ ਨੈਕਚਰ ਇਹ ਐਜ਼ ਐਪਲੀਕੇਸ਼ਨ ਫਾਰ ਅਵੇਲਿੰਗ LTC ਹੈ ਜਿਹੜਾ ਸਬਮਿਟ ਕਰ ਸਕਦਾ ਇੰਪਲਾਈ। B ਐਂਡ C ਹੈ ਜਿਹੜਾ LTC ਕਲੇਮ ਕਰਨ ਲਈ ਕਰ ਸਕਦਾ ਜਦੋਂ LTC ਅਵੇਲ ਕਰਕੇ ਆ ਜਾਊ। ਉਸ ਤੋਂ ਬਾਅਦ ਉਹਨੇ ਬਿੱਲ ਪੇਸ਼ ਕਰਨੇ ਪੈਣਗੇ, ਉਹਨੂੰ ਟਿਕਟਸ ਦਿਖਾਉਣੀਆਂ ਪੈਣਗੀਆਂ, ਜੋ ਵੀ ਬਿੱਲ ਹੋਊਗਾ ਉਹ ਦਿਖਾਉਣੇ ਪੈਣਗੇ। ਨੈਕਚਰ B ਐਂਡ C ਕਲੇਮ ਕਰਨੀ ਹੈਗੇ ਨੇ।
ਦੈਨ ਬਲੌਕ ਈਅਰ ਹੈ ਜਿਹੜਾ ਤੁਹਾਨੂੰ ਦੱਸਿਆ ਕਿ 4 ਸਾਲਾਂ ਦਾ ਹੁੰਦਾ। ਬਲੌਕ ਈਅਰ ਜਿਹੜਾ ਕੈਲੰਡਰ ਈਅਰ 'ਚ ਸਟਾਰਟ ਹੁੰਦਾ, ਕਰੰਟਲੀ ਹੈ ਜਿਹੜਾ 2022 ਤੋਂ 25 ਚੱਲ ਰਿਹਾ। ਇਹ ਮੀਨਸ ਕਿ ਜਨਵਰੀ 2022 ਤੋਂ ਸ਼ੁਰੂ ਹੋ ਕੇ ਦਸੰਬਰ 2025 ਤੱਕ ਇਹ ਬਲੌਕ ਈਅਰ ਹੋਊਗਾ। ਦੈਨ ਬਲੌਕ ਈਅਰ 2 ਇਅਰਸ ਫॉर ਵਿਜ਼ਿਟਿੰਗ ਹੋਮ ਟਾਊਨ। ਇਹਦਾ ਕਹਿਣ ਦਾ ਮਤਲਬ ਇਹ ਹੈਗਾ ਕਿ ਹੋਮ ਟਾਊਨ ਵਿਜ਼ਿਟ ਕਰਨ ਲਈ 2 ਇਅਰਸ ਬਲੌਕ ਈਅਰ ਹੁੰਦਾ। ਜੇ ਤਾਂ ਆਪਾਂ ਇੰਡੀਆ 'ਚ ਕਿਸੇ ਵੀ ਜਗ੍ਹਾ 'ਤੇ ਜਾਣਾ ਹੋਵੇ, ਕਿਸੇ ਵੀ ਜਗ੍ਹਾ 'ਤੇ, ਉੱਥੇ ਤਾਂ ਇਹ 4 ਸਾਲ ਦਾ ਬਲੌਕ ਈਅਰ ਆ, ਪਰ ਹੋਮ ਟਾਊਨ ਵਿਜ਼ਿਟ ਕਰਨ ਲਈ ਤੁਸੀਂ ਜਿਹੜਾ ਹੈਗਾ 2 ਸਾਲਾਂ ਦੇ ਬਲੌਕ ਈਅਰ 'ਚ ਜਾ ਸਕਦੇ। 2 ਸਾਲਾਂ ਦੇ ਬਲੌਕ ਈਅਰ, ਹਰ 2 ਸਾਲ ਦੇ ਬਲੌਕ ਈਅਰ ਬਾਅਦ ਹੋਮ ਟਾਊਨ ਵਿਜ਼ਿਟ ਕਰ ਸਕਦੇ ਆ। ਪਰ ਜਿਸ ਸਾਲ ਤੁਸੀਂ 2 ਸਾਲਾਂ ਦੇ ਬਲੌਕ ਈਅਰ 'ਚ ਹੋਮ ਟਾਊਨ ਵਿਜ਼ਿਟ ਕਰ ਰਹੇ ਆ, ਉਸ ਬਲੌਕ ਈਅਰ 'ਚ ਤੁਸੀਂ ਇੰਡੀਆ ਦੇ ਕਿਸੇ ਹੋਰ 'ਤੇ ਨਹੀਂ ਜਾ ਸਕਦੇ। ਪਰ ਉਹ ਆਫਟਰ 2 ਇਅਰਸ ਬਲੌਕ ਈਅਰ ਦੈਨ ਤੁਸੀਂ ਇੰਡੀਆ ਦੇ ਜਿਹੜੇ ਕਿਸੇ ਵੀ ਪਲੇਸ 'ਤੇ ਜਿਹੜਾ ਹੈਗਾ ਅੰਡਰ LTC ਜਿਹੜਾ ਵਿਜ਼ਿਟ ਕਰ ਸਕਦੇ ਆ, LTC ਅਵੇਲ ਕਰ ਸਕਦੇ ਹੋ। ਸੋ ਇਹ ਕਾਈਂਡਲੀ ਰੀਡ ਕਰ ਲਿਓ, ਨੋਟ ਕਰ ਲਿਓ। ਅੱਗੇ ਮੈਂ ਹੋਰ ਤੁਹਾਨੂੰ ਇੰਸਟਰਕਸ਼ਨ ਦੱਸਣ ਲੱਗਾ। ਉਸ ਤੋਂ ਪਹਿਲਾਂ ਇੱਕ ਮੈਂ ਹੋਰ ਵੀ ਗੱਲ ਕੀਤੀ ਸੀਗੀ ਕਿ ਪਿਛਲੇ ਇਸੇ ਦੇ LTC ਦੀ ਪਾਰਟ 1 ਵੀਡੀਓ ਦੇ ਵਿੱਚ ਕਿ 10 ਡੇਜ਼ ਦੀ ਲੀਵ ਇਨਕੈਸ਼ਮੈਂਟ ਵੀ ਮਿਲਦੀ ਹੈਗੀ ਆ। ਕਿ ਜਦੋਂ ਆਪਾਂ LTC ਅਵੇਲ ਕਰਦੇ ਹਾਂ ਕਿ ਇੰਪਲਾਈ ਰਿਕੁਐਸਟ ਕਰ ਸਕਦਾ ਕਿ ਮੈਨੂੰ 10 ਡੇਜ਼ ਦੀ ਲੀਵ ਇਨਕੈਸ਼ਮੈਂਟ ਮਿਲੇ, ਬਈ ਜਿਹੜੀ ਹੈਗੀ ਹੈ ਗ੍ਰਾਂਟ ਕੀਤੀ ਜਾਵੇ। ਉਹ ਇਨਕੈਸ਼ਮੈਂਟ 10 ਡੇਜ਼ 10 ਅੰਡ ਲੀਵ ਜਿਹੜੀਆਂ ਹੁੰਦੀਆਂ ਉਹਦੀ ਲੀਵ ਇਨਕੈਸ਼ਮੈਂਟ ਮਿਲੂਗੀ। ਉਹ ਤੁਸੀਂ ਕਾਈਂਡਲੀ ਉਹ ਵੀਡੀਓ ਦੇਖ ਲਿਓ। ਉੱਪਰ ਉਹ ਲੀਵ ਇਨਕੈਸ਼ਮੈਂਟ ਆ, ਦੁਬਾਰਾ ਮੈਂ ਫੇਰ ਕਲੈਰੀਫਾਈ ਕਰਦਾ। ਉਸ 'ਚ ਵੀ ਦੱਸਿਆ ਸੀ ਕਿ ਹੋਮ ਟਾਊਨ ਵਿਜ਼ਿਟ ਕਰਨ ਲਈ ਇਹ ਜਿਹੜੀ 10 ਡੇਜ਼ ਦੀ ਲੀਵ ਇਨਕੈਸ਼ਮੈਂਟ ਆ ਉਹ ਨਹੀਂ ਗ੍ਰਾਂਟ ਕੀਤੀ ਜਾ ਸਕਦੀ ਜੀ। ਸੋ ਕਾਈਂਡਲੀ ਰੀਡ ਕਰ ਲਿਓ, ਮੈਂ ਅੱਗੇ ਦੱਸਦਾ ਤੁਹਾਨੂੰ। ਇਹਦੀਆਂ ਨੋਟੀਫਿਕੇਸ਼ਨ ਕਾਫੀ ਨੇ, ਮੈਂ ਪਹਿਲਾਂ ਵੀ ਇਹਦਾ ਜ਼ਿਕਰ ਕੀਤਾ ਸੀਗਾ ਪਿਛਲੀ ਜਿਹੜੀ ਹੈਗੀ ਆ LTC ਦੀ ਵੀਡੀਓ ਦੇ ਵਿੱਚ। ਹੁਣ ਮੈਂ ਤੁਹਾਨੂੰ ਦੱਸ ਦੇਵਾਂ ਕਿ ਥੋੜਾ ਜਿਹਾ ਯਾਦ ਰੱਖਣਾ ਵੀ ਔਖਾ ਹੋ ਜਾਂਦਾ। ਸੋ ਮੈਂ ਤੁਹਾਨੂੰ ਦੱਸਦਾ LTC ਦੇ ਜਿਹੜਾ ਨੈਕਚਰ ਆ, ਨੈਕਚਰ ਦੇ ਵਿੱਚ ਤੁਸੀਂ ਆਪਣਾ ਨਾਮ ਭਰੋਗੇ, ਆਪਣਾ ਡੈਜਿਗਨੇਸ਼ਨ ਭਰੋਗੇ, ਦੈਨ ਉਹਦੀ ਜਿਹੜੀ ਹੈਗੀ ਡੇਟ ਆਫ ਜੁਆਇਨਿੰਗ ਭਰੋਗੇ। ਇਹ ਵੀ ਤੁਸੀਂ ਉਹਦੇ ਵਿੱਚ ਮੈਂਸ਼ਨ ਕਰੋਗੇ ਕਿ LTC ਕਿਹੜੇ ਬਲੌਕ ਈਅਰ ਦੇ ਲਈ ਤੁਸੀਂ ਲੈ ਰਹੇ ਹੋ, ਦੈਨ ਪਹਿਲਾਂ ਕਿਹੜੇ ਬਲੌਕ ਈਅਰ ਲਈ ਤੁਸੀਂ ਲਿਆ ਹੋਇਆ ਹੈ, ਔਰ ਉਹਦੇ ਵਿੱਚ ਤੁਹਾਡੇ ਜਿਹੜੇ ਫੈਮਿਲੀ ਮੈਂਬਰ ਆ, ਕਿਹੜੇ ਫੈਮਿਲੀ ਮੈਂਬਰ, ਜੇ ਫੈਮਿਲੀ ਜਾ ਰਹੀ ਹੈ ਤਾਂ ਕਿਹੜੇ ਫੈਮਿਲੀ ਮੈਂਬਰ ਨੇ, ਉਹਨਾਂ ਦੇ ਤੁਹਾਡੇ ਨਾਂ, ਉਹਨਾਂ ਦੇ ਨਾਲ ਰਿਲੇਸ਼ਨਸ਼ਿਪ ਕੀ ਹੈਗੀ ਆ। ਦੈਨ ਜਿਹੜੇ ਪਹਿਲਾਂ LTC ਲਿਆ ਤਾਂ ਉਹਦੇ ਆਰਡਰ ਦਾ ਨੰਬਰ ਐਂਡ ਡੇਟਡ। LTC ਦੀ ਇੱਕ ਇਹ ਵੀ ਇੰਸਟਰਕਸ਼ਨ ਹੈਗੇ ਨੇ ਕਿ ਸ਼ਾਰਟੈਸਟ ਰੂਟ ਹੋਣਾ ਚਾਹੀਦਾ ਕਿ LTC ਅਵੇਲ ਕਰਨ ਲਈ ਸ਼ਾਰਟੈਸਟ ਟੂ ਸ਼ਾਰਟੈਸਟ, ਵੀ ਛੋਟੇ ਤੋਂ ਛੋਟਾ ਰੂਟ ਤੁਹਾਨੂੰ ਦੱਸਣਾ ਪਊਗਾ। ਜਿਹੜਾ ਜਿੱਥੇ ਵੀ ਤੁਸੀਂ ਜਾਣਾ ਉਹਦਾ ਸ਼ਾਰਟ ਰੂਟ ਆ ਜਿਹੜਾ ਉਹ ਤੁਹਾਨੂੰ ਮੈਂਸ਼ਨ ਕਰਨਾ ਪਊਗਾ। ਨੈਕਚਰ B ਦੇ ਵਿੱਚ ਜਿਹੜੇ ਹੈਗੇ ਆ ਤੁਹਾਨੂੰ ਦੱਸਿਆ ਸੀ, ਇਹ ਮੈਂ ਤੁਹਾਨੂੰ ਪ੍ਰੋਵਾਈਡ ਕਰ ਦੂੰਗਾ। ਜੇ ਤੁਹਾਨੂੰ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ। ਨੈਕਚਰ A B C ਜਿਹੜੇ ਤੁਹਾਨੂੰ ਮੈਂ ਪ੍ਰੋਵਾਈਡ ਕਰ ਦੂੰਗਾ। B C ਆ ਜਿਹੜੇ ਉਹ ਕਲੇਮ ਕਰਨ ਲਈ ਨੇ, ਤੁਸੀਂ ਫਾਈਨਾਂਸ ਡਿਪਾਰਟਮੈਂਟ ਦੇ ਵਿੱਚ ਕਲੇਮ ਕਰਨ ਲਈ ਸਬਮਿਟ ਕਰ ਸਕਦੇ ਹੋ। ਇੱਕ ਉਹਦੇ ਵਿੱਚ ਰਹਿ ਗਿਆ ਸੀ ਕਿ 15/9/16 ਦੀ ਨੋਟੀਫਿਕੇਸ਼ਨ ਦੇ ਵਿੱਚ ਮੈਂ ਤੁਹਾਨੂੰ ਦੱਸਤਾ ਸੀ ਕਿ ਬਾਈ 에ਅਰ ਕਿਵੇਂ ਵਿਜ਼ਿਟ ਕਰ ਸਕਦੇ ਹੋ, LTC ਵੇਲ ਕਰ ਸਕਦੇ ਹੋ, ਬਾਈ ਜਿਹੜਾ ਹੈਗਾ ਰੇਲਵੇ ਆ ਜਿਹੜੇ ਉਹ ਕਿਵੇਂ ਕਰ ਸਕਦੇ ਹੋ, ਬਾਈ ਟ੍ਰੇਨ, ਬਾਈ ਰੋਡ ਇਹ ਕਿਵੇਂ ਕਰ ਸਕਦੇ ਹੋ। ਦੈਨ ਉਹਦੇ ਵਿੱਚ ਰਹਿ ਗਿਆ ਸੀ ਕਿ ਅੰਡੇਮਾਨ ਨਿਕੋਬਾਰ ਜੇ ਤੁਸੀਂ ਵਿਜ਼ਿਟ ਕਰਨਾ ਹੈਗਾ, ਦੈਨ ਉਹਦੇ ਵਿੱਚ ਜਿਹੜੀ ਹੈਗੀ ਹੈ ਕੈਟਾਗਰੀਆਂ ਤੁਹਾਨੂੰ ਦੱਸੀਆਂ ਸੀ ਉਦੋਂ ਮੈਂ ਕਿ ਜਿਹੜੀ ਹੈਗੀ ਆ 10,000 ਗ੍ਰੇਡ ਪੇ ਐਂਡ ਮੋਰ ਦੈਨ 10,000 ਇਹਦੇ ਵਿੱਚ ਜਿਹੜਾ ਹੈਗਾ ਡੀਲਕਸ ਗਰੁੱਪ ਆਏਗਾ ਜੀ, ਦਰਜਾ ਦੈਨ 7600 ਟੂ 9,000 1999 ਇਹਦੇ ਵਿੱਚ ਆਏਗਾ ਜੀ ਫਸਟ ਕਲਾਸ। ਇਹ 'ਚ ਆਊਗੀ ਡੀਲੈਕਸ ਕਲਾਸ, ਇਹ 'ਚ ਫਸਟ ਕਲਾਸ, ਇਹ ਕੈਬਿਨ ਕਲਾਸ। ਦੈਨ 5400 ਟੂ 7599 ਇਹਦੇ ਵਿੱਚ ਆਊਗੀ ਜੀ ਸੈਕੰਡ ਕਲਾਸ, ਬੀ ਕੈਬਿਨ ਕਲਾਸ।
then 5399 and less than ਇਹਦੇ ਵਿੱਚ ਆਏਗੀ ਜੀ all classes। ਇਹ ਸੀਗਾ ਜੀ, ਇਹ ਦੱਸਣਾ ਰਹਿ ਗਿਆ ਸੀਗਾ ਅੰਡੇਮਾਨ ਨਿਕੋਬਾਰ ਜੇ ਵਿਜ਼ਿਟ ਕਰਨਾ ਉਹਦੇ ਲਈ ਇਹ ਹੋਗਾ। ਇੱਕ ਗੱਲ ਮੈਂ ਹੋਰ ਕਲੈਰੀਫਾਈ ਕਰਦਾ, ਉਹਦੇ ਵਿੱਚ ਵੀ ਸ਼ਾਇਦ ਮੈਂ ਦੱਸੀ ਹੋਵੇ ਕਿ ਬੱਸ ਜਾਂ ਟੈਕਸੀ ਲਈ ਤੁਸੀਂ ਉਦੋਂ ਹੀ ਇਹਦੇ ਵਿੱਚ LTC ਲਈ ਜਿਹੜੇ ਹੈਗੇ ਸਫ਼ਰ ਕਰ ਸਕਦੇ ਆ ਜੇ ਉੱਥੇ ਰੇਲਵੇ ਦੇ ਨਾਲ ਉਹ ਥਾਂ ਕਨੈਕਟਡ ਨਾ ਹੋਣ। ਦੈਨ ਉਹ ਜਿਹੜਾ ਬੱਸ ਜਾਂ ਟੈਕਸੀ ਦਾ ਜਿਹੜਾ ਵੀ AC ਜਾਂ ਜਿਹਦੇ ਲਈ ਵੀ ਤੁਸੀਂ ਜਿਹੜੇ ਹੈਗੇ ਇੰਟਾਈਟਲਮੈਂਟ ਬਣਦੀ ਆ ਤੁਹਾਡੀ, ਉਹਦੇ 'ਚ ਜਿਹੜਾ ਵੀ ਉਹਨਾਂ ਦਾ ਫੇਅਰ ਘੱਟ ਹੋਊਗਾ ਉਹਦਾ ਜਿਹੜਾ ਤੁਹਾਨੂੰ ਉਹਦਾ ਕਲੇਮ ਆ ਜਿਹੜਾ ਉਹਦਾ ਕਲੇਮ ਗ੍ਰਾਂਟ ਕੀਤਾ ਜਾਊਗਾ ਜੀ। ਦੈਨ ਇਹ ਹੋ ਗਿਆ ਕੁਝ ਕਲੈਰੀਫਿਕੇਸ਼ਨਾਂ ਦੱਸੀਆਂ ਗਈਆਂ ਨੇ। 19/2 ਨੋਟੀਫਿਕੇਸ਼ਨ ਹੈਗੀ ਹੈ ਜੀ, ਉੱਨੀ 2007 ਦੀ ਇੱਕ ਨੋਟੀਫਿਕੇਸ਼ਨ ਹੈਗੀ ਹੈ ਪੰਜਾਬ ਗਵਰਨਮੈਂਟ ਦੀ। ਉਹਦੇ ਵਿੱਚ ਆ ਕੁਝ ਕਲੈਰੀਫਿਕੇਸ਼ਨਾਂ ਦੱਸੀਆਂ ਗਈਆਂ ਨੇ ਵਿਜ਼ਿਟ ਕਰਨ ਲਈ, LTC ਅਵੇਲ ਕਰਨ ਲਈ। ਉਹ ਤੁਹਾਨੂੰ ਮੈਂ ਥੋੜ੍ਹੀ ਜਿਹੀ ਦੱਸ ਦੇਵਾਂ ਮੇਨ ਬਾਕੀ ਤੁਹਾਨੂੰ ਮੈਂ ਨੋਟੀਫਿਕੇਸ਼ਨ ਹੈ ਜਿਹੜੀ ਪ੍ਰੋਵਾਈਡ ਕਰ ਦੂੰਗਾ ਜੇ ਤੁਸੀਂ ਜ਼ਿਆਦਾ ਕਲੈਰੀਫਿਕੇਸ਼ਨ ਜਿਹੜੀਆਂ ਹੈਗੀਆਂ ਨੇ ਜਾਣਨਾ ਚਾਹੁੰਦੇ ਹੋ ਤੁਸੀਂ। ਉਹਦੇ ਵਿੱਚ ਮੈਂ ਦੱਸ ਦੇਵਾਂ, ਇਹਦੇ ਵਿੱਚ ਲਿਖਿਆ ਹੈਗਾ 9 ਨੰਬਰ ਜਿਹੜੀ ਹੈਗੀ ਆ ਉਹਦੇ ਵਿੱਚ ਲਿਖਿਆ ਹੈਗਾ ਕਿ ਰਿਵਾਈਡ LTC orders permit to travel by private vehicles, taxi, auto rickshaw, etc. It may be clarified whether the orders prohibiting LTC journey by road in a private hired vehicle or by own vehicles have been withdrawn. If so, in such cases can claim be restricted to the bus fare or fare actually paid. ਇਹਦੇ ਵਿੱਚ ਲਿਖਿਆ ਕਿ ਜਰਨੀ ਔਨ LTC by taxi, auto rickshaw, etc. are permissible only between places which are not connected by rail. ਉਹ ਕਹਿੰਦੇ ਕਿ ਟੈਕਸੀ ਜਾਂ ਆਟੋ ਰਿਕਸ਼ਾ ਰਾਹੀਂ ਤੁਸੀਂ ਉਹਦੇ ਹੀ ਜਿਹੜੇ ਹੈਗੇ ਆ ਤੁਹਾਨੂੰ ਪਰਮਿਸਿਬਲ ਹੈਗੇ ਆ, ਤੁਹਾਨੂੰ ਪਰਮਿਟ ਕਰ ਸਕਦੀ ਹੈ ਸਰਕਾਰ ਜਦੋਂ ਉਹ ਜਿਹੜੇ ਥਾਂ ਹੈਗੇ ਕਨੈਕਟਡ ਰੇਲਵੇ ਦੁਆਰਾ ਕਨੈਕਟਡ ਨਾ ਹੋਣ। ਇਹਦੇ ਵਿੱਚ ਇੱਕ ਇਹ ਵੀ ਕੰਡੀਸ਼ਨ ਹੈਗੀ ਹੈ ਕਿ ਜਿਹੜੀ ਟੈਕਸੀ ਜਾਂ ਬੱਸਾਂ ਹੋਣ ਉਹ ਜਿਹੜੀਆਂ ਰੈਗੂਲਰ ਤੌਰ 'ਤੇ ਉੱਥੇ ਉਹ ਚੱਲਦੀਆਂ ਹੋਣ, ਇਹ ਵੀ ਇੱਕ ਕੰਡੀਸ਼ਨ ਹੈਗੀ ਆ। ਦੈਨ ਇੱਕ ਹੋਰ ਹੈਗੀ ਹੈ 10 ਨੰਬਰ 'ਤੇ, ਇਫ ਜਰਨੀ ਔਨ LTC ਆਰ ਪਰਫੋਰਮਡ ਬਾਈ ਟੈਕਸੀ ਔਰ ਆਟੋ ਰਿਕਸ਼ਾ ਬਿਟਵੀਨ ਸਟੇਸ਼ਨ ਕਨੈਕਟਡ ਬਾਈ ਰੇਲ and or bus can the LTC claim be restricted to bus fare, if not what amount be admissible। ਉਹ ਕਹਿੰਦੇ ਕਿ ਜੇ LTC ਹੈ ਜਿਹੜਾ ਅਵੇਲ ਕੀਤਾ ਜਾਂਦਾ ਟੈਕਸੀ ਔਰ ਆਟੋ ਰਿਕਸ਼ਾ ਬਿਟਵੀਨ ਦੀ ਸਟੇਸ਼ਨ, ਜੇ ਉਹ ਰੇਲਵੇ ਦੁਆਰਾ ਕਨੈਕਟ ਵੀ ਹੋਵੇ ਫਿਰ ਵੀ ਆਪਾਂ ਬੱਸ ਜਾਂ ਟੈਕਸੀ ਰਹੀ ਉਹਨੂੰ ਜਿਹੜਾ ਹੈਗਾ ਆਟੋ ਰਿਕਸ਼ਾ ਜਾਂ ਟੈਕਸੀ ਰਹੀ ਹੈ ਜਿਹੜਾ ਆਪਾਂ ਜਾਂ ਬੱਸ ਰਹੀ ਆਪਾਂ ਜਿਹੜਾ ਹੈਗਾ ਕਲੇਮ ਆ ਜਿਹੜਾ ਉਹ ਬੱਸ ਫੇਅਰ ਦੇ ਇਫ journey on LTC are performed by taxi or auto rickshaw between station connected by rail and or bus। ਜੇ ਉਹ ਕਹਿੰਦੇ ਕਿ ਟੈਕਸੀ ਦੁਆਰਾ ਜਾਂ ਆਟੋ ਰਿਕਸ਼ਾ ਦੁਆਰਾ ਆਪਾਂ ਜਿਹੜੀ ਹੈਗੀ ਜਰਨੀ ਪਰਫਾਰਮ ਕਰਦੇ ਆ ਅੰਡਰ LTC, ਭਾਵੇਂ ਉਹ ਥਾਂ ਜਿਹੜੀ ਕਨੈਕਟਡ ਹੋਵੇ ਰੇਲ ਜਾਂ ਬੱਸ ਰਾਹੀਂ, ਦੈਨ ਉਹ ਜਿਹੜਾ ਹੈਗਾ LTC ਕਲੇਮ ਵੀ ਰਿਸਟ੍ਰਿਕਟਡ ਟੂ ਬੱਸ ਫੇਅਰ। ਫਿਰ ਉਹ ਬੱਸ ਫੇਅਰ ਦੇ ਇਕੁਅਲ ਜਿਹੜਾ ਹੈਗਾ ਕਲੇਮ ਕੀਤਾ ਜਾਊਗਾ ਕਿ ਕਿਵੇਂ ਕਿ ਉਹਦੀ ਅਮਾਊਂਟ ਆ ਜਿਹੜੀ ਉਹ ਕਿੰਨੀ ਐਡਮਿਸਿਬਲ ਹੋਊਗੀ। ਇਹਦੇ ਵਿੱਚ ਹੈਗਾ ਕਿ ਜਰਨੀ ਬਾਈ ਟੈਕਸੀ, ਆਟੋ ਰਿਕਸ਼ਾ ਐਟਸੈਕਟਰਾ ਆਰ ਪਰਮਿਸਿਬਲ ਓਨਲੀ ਬਿਟਵੀਨ ਪਲੇਸਿਸ ਨਾਟ ਕਨੈਕਟਡ ਬਾਈ ਰੇਲ subject to further condition that these operate on a regular basis from point to point with the specific approval of the state government transport authorities concerned. Journey by these modes on LTC are not permissible between places connected by rail। ਇਹ ਉਹੀ ਆ ਦੁਬਾਰਾ ਦੱਸਿਆ ਗਿਆ ਕਿ ਜੇ ਰੇਲ ਦੁਆਰਾ ਜੇ ਕਨੈਕਟਡ ਨੇ ਫਿਰ ਤੁਸੀਂ ਤੁਹਾਡਾ ਜਿਹੜਾ ਕਲੇਮ ਆ ਜਿਹੜਾ ਕੰਸੀਡਰ ਨਹੀਂ ਕੀਤਾ ਜਾਊਗਾ ਬਾਈ ਜੇ ਤੁਸੀਂ ਟੈਕਸੀ ਜਾਂ ਆਟੋ ਰਿਕਸ਼ਾ ਜੇ ਤੁਸੀਂ ਉਹਦੇ ਵਿੱਚ ਵਿਜ਼ਿਟ ਕੀਤਾ ਦੈਨ ਤੁਹਾਡਾ ਜੇ ਰੇਲਵੇ ਦੁਆਰਾ ਕਨੈਕਟਡ ਹੈਗੀ ਆ ਥਾਂ ਫਿਰ ਤੁਹਾਡਾ ਉਹਦਾ ਕਲੇਮ ਉਹ ਨਹੀਂ ਮੰਨਿਆ ਜਾਊਗਾ। ਫਿਰ ਅੱਗੇ 11 ਨੰਬਰ 'ਤੇ ਹੈਗੀ ਜੀ ਕੈਨ ਕਲੇਮ ਇਨ ਰਿਸਪੈਕਟ ਆਫ ਲੋਕਲ ਜਰਨੀ ਪਰਫੋਰਮ ਬਾਈ ਟੈਕਸੀ, ਆਟੋ ਰਿਕਸ਼ਾ ਐਟਸੈਕਟਰਾ ਫਰੋਮ ਦੀ ਰੈਜ਼ੀਡੈਂਸ ਟੂ ਦੀ ਰੇਲਵੇ ਸਟੇਸ਼ਨ, 에ਅਰਪੋਰਟ ਐਟਸੈਕਟਰਾ ਐਂਡ ਵਾਈਸ ਵਰਸਾ ਬੀ ਰਿਸਟ੍ਰਿਕਟਡ ਟੂ ਦੀ ਐਪਲੀਕੇਬਲ ਬੱਸ ਫੇਅਰ। ਇਹ ਕਹਿੰਦੇ ਕਿ ਜੇ ਜਰਨੀ ਟੈਕਸੀ ਦੁਆਰਾ ਜਾਂ ਆਟੋ ਰਿਕਸ਼ਾ ਦੁਆਰਾ ਪਰਫੋਰਮ ਕੀਤੀ ਜਾਂਦੀ ਹੈ ਬਿਟਵੀਨ ਦੀ ਆਪਣੇ ਘਰ ਤੋਂ ਲੈ ਕੇ ਰੈਜ਼ੀਡੈਂਸ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਜਾਂ ਵਾਈਸ ਵਰਸਾ ਰੇਲਵੇ ਸਟੇਸ਼ਨ ਤੋਂ ਰੈਜ਼ੀਡੈਂਸ ਤੱਕ ਜਾਂ 에ਅਰਪੋਰਟ ਤੱਕ ਰਿਸਟ੍ਰਿਕਟਡ ਟੂ ਦੀ ਬੱਸ ਫੇਅਰ। ਇਹਦੇ ਵਿੱਚ ਲਿਖਿਆ ਕਿ ਇਨਸੀਡੈਂਟਲ ਐਕਸਪੈਂਡੀਚਰ ਇਨਕਰਡ ਔਨ ਲੋਕਲ ਜਰਨੀਜ਼ ਬਿਟਵੀਨ ਦੀ ਰੈਜ਼ੀਡੈਂਸ place of stay and the airport, railway station bus terminals are not reimbursable। ਉਹੀ ਹੈ ਜੀ ਇਹਦੀ ਵੀ ਕਲੈਰੀਫਿਕੇਸ਼ਨ ਕਿ ਉਹ ਰੀਇੰਬਰਸਬਲ
ਰੀਇੰਬਰਸ ਨਹੀਂ ਹੋਣਾ ਜੀ। ਉਹ ਤੁਹਾਡਾ ਜਿਹੜਾ ਹੋਊਗਾ ਕਿਰਾਇਆ ਜਿਹੜਾ ਜੇ ਤੁਸੀਂ ਉਹਦੇ ਦੁਆਰਾ ਪਰਫਾਰਮ ਕਰੋਗੇ ਆਟੋ ਰਿਕਸ਼ਾ ਟੈਕਸੀ ਦੁਆਰਾ, ਜੇ ਸਟੇਸ਼ਨ ਤੋਂ ਲੈ ਕੇ ਜੇ ਤੁਸੀਂ ਉਹ ਉੱਥੋਂ ਤੱਕ ਕਰੋਗੇ ਫਿਰ ਤੁਹਾਡਾ ਹੈਗਾ ਲੋਕਲ ਜਰਨੀ ਆ ਜਿਹੜੀ ਉਹ ਤੁਹਾਡੀ ਉਹ ਕੰਸੀਡਰ ਨਹੀਂ ਕੀਤੀ ਜਾਊਗੀ। ਰੈਜ਼ੀਡੈਂਸ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਜਾਂ 에ਅਰਪੋਰਟ ਤੱਕ ਜਿਹੜੇ ਜਾਂ ਬੱਸ ਟਰਮੀਨਲ ਤੱਕ ਤੁਸੀਂ ਜਾਓਗੇ ਜਿਹੜਾ ਹੈਗਾ ਟੈਕਸੀ ਜਾਂ ਆਟੋ ਰਿਕਸ਼ਾ ਦੁਆਰਾ, ਉਹ ਤੁਹਾਡੀ ਉਹ ਕੰਸੀਡਰੇਬਲ ਨਹੀਂ ਹੋਊਗੀ। ਕੰਸੈਸ਼ਨ ਦੀ LTC ਦੀ ਆਪਾਂ ਅੱਜ ਲੇਟੈਸਟ ਨੋਟੀਫਿਕੇਸ਼ਨ ਜਿਹੜੀ ਨਿਊ ਨੋਟੀਫਿਕੇਸ਼ਨ ਇਸ਼ੂ ਕੀਤੀ ਸੀ ਪੰਜਾਬ ਗਵਰਨਮੈਂਟ ਨੇ 30/5/2022 ਬਾਰੇ ਗੱਲ ਕਰਦੇ ਆ। ਜੋ ਉਦੋਂ ਇਸ਼ੂ ਕੀਤੀ ਸੀ ਜਦੋਂ 6 PPC 6 ਪੰਜਾਬ ਪੇ ਕਮਿਸ਼ਨ ਜਿਹੜਾ ਪੰਜਾਬ ਦੇ ਵਿੱਚ ਇੰਪਲੀਮੈਂਟ ਹੋਇਆ ਸੀ, ਉਹਦੇ ਬਾਰੇ ਗੱਲ ਕਰੀ। ਉਹਦੇ ਵਿੱਚ ਇਹ ਇੰਸਟਰਕਸ਼ਨ ਇਸ਼ੂ ਕੀਤੇ ਗਏ ਕਿ ਪੰਜਾਬ ਗਵਰਨਮੈਂਟ ਨੇ 16/12/1998 ਨੂੰ ਇੱਕ ਨੋਟੀਫਿਕੇਸ਼ਨ ਇਸ਼ੂ ਕੀਤੀ ਸੀ। ਉਹਦੇ ਅੰਡਰ ਜਿਹੜੇ ਇੰਸਟਰਕਸ਼ਨ ਸੀਗੇ ਕਿ ਜਿਨ੍ਹਾਂ ਕੇਸਾਂ ਦੇ ਵਿੱਚ ਹਸਬੈਂਡ ਐਂਡ ਵਾਈਫ ਦੋਵੇਂ ਸਪਾਊਸਸ ਜਿਹੜੇ ਆ ਪੈਨਸ਼ਨਰ ਨੇ, ਤਾਂ ਉਹਨਾਂ 'ਚੋਂ ਜਿਹੜਾ ਬੈਨੀਫਿਟ ਆ ਟਰੈਵਲ ਕੰਸੈਸ਼ਨ ਦਾ TC ਦਾ ਉਹ ਇੱਕ ਹੀ ਜਣੇ ਨੂੰ ਮਿਲ ਸਕਦਾ। ਇੱਕ ਜਣੇ ਨੂੰ ਹੀ ਜਿਹੜਾ ਦਿੱਤੀ ਜਾ ਸਕਦਾ ਟਰੈਵਲ ਕੰਸੈਸ਼ਨ। ਪੈਨਸ਼ਨਰ ਨੂੰ ਟਰੈਵਲ ਕੰਸੈਸ਼ਨ ਮਿਲਦਾ, ਇੰਪਲਾਈ ਨੂੰ ਆ ਜਿਹੜਾ ਲੀਵ ਟਰੈਵਲ ਕੰਸੈਸ਼ਨ ਦੀ ਜਿਹੜਾ ਕਲੇਮ ਆ ਦਿੱਤਾ ਜਾਂਦਾ ਜਿਹੜਾ ਹੈਗਾ ਉਹ ਅਵੀਲ ਕਰ ਸਕਦਾ। ਉਹਦੇ ਵਿੱਚ ਅੱਗੇ ਉਹਨਾਂ ਨੇ ਲਿਖਿਆ ਕਿ ਹੁਣ ਪੰਜਾਬ ਸਰਕਾਰ ਦੇ ਧਿਆਨ ਵਿੱਚ ਆਇਆ ਕਿ ਬਹੁਤ ਜਗ੍ਹਾ ਤੇ ਦੇਖਿਆ ਗਿਆ ਕਿ ਅਲੱਗ-ਅਲੱਗ ਡਿਪਾਰਟਮੈਂਟ 'ਚ ਭਾਵੇਂ ਸੇਮ ਡਿਪਾਰਟਮੈਂਟ 'ਚ ਕੰਮ ਕਰਨ ਵਾਲੇ ਹੋਣ ਜਾਂ ਭਾਵੇਂ ਅਲੱਗ-ਅਲੱਗ ਡਿਪਾਰਟਮੈਂਟ 'ਚ ਕੰਮ ਕਰਦੇ ਹੋਣ, ਹਸਬੈਂਡ ਐਂਡ ਵਾਈਫ ਜਾਂ ਕੰਮ ਕਰ ਚੁੱਕੇ ਹਨ, ਰਿਟਾਇਰ ਹੋ ਚੁੱਕੇ ਆ ਪੈਨਸ਼ਨਰ, ਉਹ ਦੋਵੇਂ ਪਾਸੇ ਹੀ ਟਰੈਵਲ ਕੰਸੈਸ਼ਨ ਦਾ ਜਿਹੜਾ ਬੈਨੀਫਿਟ ਆ ਜਿਹੜਾ ਕਲੇਮ ਕਰ ਰਹੇ ਨੇ। ਦੈਨ ਅੱਗੇ ਉਹਨਾਂ ਨੇ ਇਨ ਐਡੀਸ਼ਨ ਟੂ ਅਬਵ ਜਿਹੜਾ ਇੱਕ ਇਸ ਤੋਂ ਇਲਾਵਾ ਅੱਗੇ ਇੰਸਟਰਕਸ਼ਨ ਉਹਨਾਂ ਨੇ ਦਿੱਤੇ ਹੈਗੇ ਕਿ ਜਿੱਥੇ ਜਿਹੜੇ ਕੇਸ ਵਿੱਚ ਹਸਬੈਂਡ ਐਂਡ ਵਾਈਫ ਦੋਵਾਂ 'ਚੋਂ ਇੱਕ ਇੰਪਲਾਈ ਆ ਅਤੇ ਇੱਕ ਪੈਨਸ਼ਨਰ ਆ, ਉਹਨਾਂ 'ਚੋਂ ਵੀ LTC ਆ ਜਿਹੜਾ ਜਾਂ TC ਆ ਉਹ ਇੱਕ ਜਣੇ ਨੂੰ ਹੀ ਦਿੱਤਾ ਜਾ ਸਕਦਾ ਹੈ। ਕਹਿਣ ਦਾ ਮਤਲਬ ਆ ਕਿ ਜਾਂ ਤਾਂ ਉਸ ਬਲੌਕ ਈਅਰ ਲਈ ਹਸਬੈਂਡ ਲੈ ਸਕਦਾ ਹੈ ਬੈਨੀਫਿਟ ਜਾਂ ਫਿਰ ਵਾਈਫ ਲੈ ਸਕਦੀ ਆ। ਦੈਨ ਉਹਨਾਂ ਨੇ ਇਸ ਦੇ ਲਈ 2 ਨੈਕਚਰ ਇਸ਼ੂ ਕੀਤੇ ਨੇ ਨਾਲ। ਪੈਨਸ਼ਨਰ ਦੇ ਕੇਸ ਵਿੱਚ ਨੈਕਚਰ A ਇਸ਼ੂ ਕੀਤਾ ਜੀ, ਇੰਪਲਾਈ ਦੇ ਕੇਸ ਵਿੱਚ ਜਿਹੜਾ ਨੈਕਚਰ B ਜਿਹੜਾ ਹੈਗਾ ਇਨਕਲੋਜ਼ ਕੀਤਾ, ਜਿਹੜਾ ਉਹਨਾਂ ਨੂੰ ਸਬਮਿਟ ਕਰਨਾ ਪਊਗਾ ਜਦੋਂ LTC ਦਾ ਜਿਹੜਾ ਉਹ ਉਹਨਾਂ ਨੇ ਅਵੇਲ ਕਰਨਾ ਜਾਂ TC ਅਵੇਲ ਕਰਨਾ। ਆਪਾਂ ਪਹਿਲਾਂ ਗੱਲ ਕਰ ਲੈਂਦੇ ਹਾਂ ਨੈਕਚਰ B ਬਾਰੇ, ਜੋ ਇੰਪਲਾਈ ਦੇ ਕੇਸ ਵਿੱਚ ਅੰਡਰਟੇਕਿੰਗ ਬਾਈ ਇੰਪਲਾਈ ਵੀ ਇਹਨੂੰ ਲਿਖਿਆ ਗਿਆ। ਉਸ ਵਿੱਚ ਉਹਦੇ ਵਿੱਚ ਪਹਿਲਾਂ ਲਿਖਣਾ ਕਿ I am ਇੰਪਲਾਈ ਆਫ ਪੰਜਾਬ ਗਵਰਨਮੈਂਟ, ਇੰਪਲਾਈ ਦਾ ਨਾਂ ਆ ਜਾਊਗਾ, ਡਿਪਾਰਟਮੈਂਟ ਦਾ ਨਾਂ ਆ ਜਾਊਗਾ। ਥੱਲੇ ਜੇ ਤੁਹਾਡੇ ਸਪਾਊਸ ਆ, ਉਹਦਾ ਹਸਬੈਂਡ ਜਾਂ ਵਾਈਫ ਉਹਦਾ ਸਪਾਊਸ ਆ, ਪੈਨਸ਼ਨਰ ਆ, ਦੈਨ ਉਹਦੇ ਸਾਰੇ ਉਹਦੇ ਪਾਰਟੀਕੂਲਰ ਆ ਜਾਣਗੇ, ਨੇਮ, ਬੈਂਕ ਦਾ ਨੇਮ, ਇੰਪਲਾਇਡ, ਪੈਨਸ਼ਨਰ, ਡੇਟ ਆਫ ਰਿਟਾਇਰਮੈਂਟ, ਸਾਰਾ ਕੁਛ ਆ ਜਾਊਗਾ। ਦੈਨ ਥਰਡ ਦੇ ਵਿੱਚ ਉਹਨਾਂ ਨੇ ਲਿਖਿਆ whether spouse is claiming LTC from his her department, if no certificate in this regard from the LTC sanction authority must be attached if the employee opts to claim LTC। ਇਹਦਾ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਸਪਾਊਸ ਆ ਜਿਹੜਾ ਹੈਗਾ LTC ਕਲੇਮ ਕਰ ਰਿਹਾ ਆਪਦੇ ਡਿਪਾਰਟਮੈਂਟ ਤੋਂ, ਹਸਬੈਂਡ ਜਾਂ ਵਾਈਫ ਆ ਜਿਹੜੀ ਕਲੇਮ ਕਰ ਰਹੀ ਆ, ਜਦੋਂ ਸਪਾਊਸ ਕਲੇਮ ਕਰ ਰਹੀ ਹੋਊਗੀ, ਜੇ ਉਹਨੇ ਨਹੀਂ ਕਲੇਮ ਕਰ ਰਹੀ ਤਾਂ ਉਹਨੂੰ ਇਹਦੇ ਸੰਬੰਧ ਦੇ ਵਿੱਚ ਸਰਟੀਫਿਕੇਟ ਆ ਜਿਹੜਾ ਉਹ ਜਿਹੜਾ ਉਹਦੀ LTC ਸੈਂਕਸ਼ਨ ਅਥਾਰਟੀ ਦੁਆਰਾ ਜਿਹੜਾ ਅਟੈਚ ਕੀਤਾ ਜਾਣਾ ਚਾਹੀਦਾ ਹੈ। whether spouse is claiming travel concession from his or pension disbursing bank if no certificate in this regard from the pension। ਜੇਕਰ ਸਪਾਊਸ ਆ ਜਿਹੜਾ ਕਲੇਮਿੰਗ ਟਰੈਵਲ ਕੰਸੈਸ਼ਨ ਆ ਜਿਹੜਾ ਉਹਦਾ ਪੈਨਸ਼ਨਰ ਆ, ਜੇ ਉਹਦਾ ਸਪਾਊਸ ਟਰੈਵਲ ਕੰਸੈਸ਼ਨ ਨਹੀਂ ਕਲੇਮ ਕਰ ਰਿਹਾ, ਦੈਨ ਉਹਨੂੰ ਨਾ ਇੱਕ ਸਰਟੀਫਿਕੇਟ ਆ ਜਿਹੜਾ ਉਹਦੀ ਪੈਨਸ਼ਨਿੰਗ ਅਥਾਰਟੀ ਬੈਂਕ ਦੁਆਰਾ ਜਿਹੜਾ ਹੈਗਾ ਸਪਾਊਸ ਨੂੰ ਜਿਹੜਾ ਇਸ਼ੂ ਕੀਤਾ ਹੋਊਗਾ ਉਹਨੂੰ ਅਟੈਚ ਕਰਕੇ ਦੇਣਾ ਪਊਗਾ ਉਹਨੂੰ ਸਪਾਊਸ ਨੂੰ। ਜੇ ਮੰਨ ਲਓ ਕਿ ਨਹੀਂ ਉਹ LTC ਕਲੇਮ ਕਰ ਰਿਹਾ, ਮੰਨ ਲਓ ਕਿ ਤੁਹਾਨੂੰ ਮੈਂ ਸੌਖੀ ਜਿਹੀ ਇਹਦੇ ਤਰੀਕਾ ਜਿਹੜਾ ਹੈਗਾ ਸਮਝਾਉਣਾ ਸੌਖੇ ਤਰੀਕੇ ਨਾਲ ਈਜ਼ੀ ਵੇ ਦੇ ਵਿੱਚ। ਮੰਨ ਲਓ ਕਿ ਪੈਨਸ਼ਨਰ ਹੈਗਾ ਜੀ ਹਸਬੈਂਡ, ਇੰਪਲੋਈ ਹੈਗੀ ਆ ਇਸ ਟਾਈਮ ਵਾਈਫ। ਮੰਨ ਲਓ ਵਾਈਫ ਨੇ ਜਿਹੜਾ ਹੈਗਾ LTC ਕਲੇਮ ਕਰਨਾ ਹੈਗਾ 2022 ਤੋਂ 25, ਦੈਨ ਉਹਨੂੰ ਜਿਹੜਾ ਹੈਗਾ ਉਹਦੇ ਹਸਬੈਂਡ ਦੀ ਜਿਹੜੀ ਪੈਨਸ਼ਨਿੰਗ ਅਥਾਰਟੀ ਵੱਲੋਂ TC ਕਲੇਮ ਕੀਤਾ ਜਾਣਾ ਹੈਗਾ। ਪੈਨਸ਼ਨਿੰਗ ਅਥਾਰਟੀ ਵੱਲੋਂ ਉਹਨੂੰ ਜਿਹੜਾ ਹੈਗਾ ਸਰਟੀਫਿਕੇਟ ਇਸ਼ੂ ਕੀਤਾ ਜਾਊਗਾ ਉਹਦੇ ਹਸਬੈਂਡ ਨੂੰ ਕਿ ਇਹਨੇ ਇਸ ਬਲੌਕ ਈਅਰ ਦੇ ਲਈ ਜਿਹੜਾ ਹੈਗਾ TC ਨਹੀਂ ਕਲੇਮ ਕੀਤਾ ਟਰੈਵਲ ਕੰਸੈਸ਼ਨ, ਜਿਹੜਾ ਉਹ
ਸਰਟੀਫਿਕੇਟ ਉਹਨੇ ਅਥਾਰਟੀ ਨੇ ਇਸ਼ੂ ਕੀਤਾ ਹੋਊਗਾ ਉਹਦੇ ਹਸਬੈਂਡ ਨੂੰ ਐਜ਼ ਅ ਪੈਨਸ਼ਨਰ ਦੇ ਤੌਰ ਤੇ ਟੀਸੀ ਦੇ ਲਈ, ਉਹ ਉਹਨੂੰ ਇਸ ਜਦੋਂ ਐਲਟੀਸੀ ਕਲੇਮ ਕਰੂਗੀ ਵਾਈਫ, ਉਹਦੇ ਨਾਲ ਅਟੈਚ ਕਰਕੇ ਜਿਹੜਾ ਆਪਦੀ ਐਲਟੀਸੀ ਅਥਾਰਟੀ ਹੈਗੀ ਆ ਉਹਨੂੰ ਜਿਹੜਾ ਹੈਗਾ ਦੇਣਾ ਪਊਗਾ ਕਿ ਮੇਰੇ ਹਸਬੈਂਡ ਆ ਜਿਹੜਾ ਇਸ ਬਲੌਕ ਈਅਰ ਦੇ ਲਈ ਟਰੈਵਲ ਕੰਸੈਸ਼ਨ ਆ ਜਿਹੜਾ ਉਹ ਨਹੀਂ ਕਲੇਮ ਕਰ ਰਿਹਾ। ਦੈਨ ਅੱਗੇ ਪੰਜਵੇਂ ਪੈਰੇ ਦੇ ਵਿੱਚ ਹੈਗਾ ਜੀ, ਐਜ਼ ਮਾਈ ਸਪਾਊਸ ਇਜ਼ ਨਾਟ ਕਲੇਮਿੰਗ ਅਵੇਲਿੰਗ ਐਲਟੀਸੀ ਟੀਸੀ ਫਰੋਮ ਹਿਜ਼ ਏਮਪਲੋਇਰ ਫਰੋਮ ਪੈਨਸ਼ਨ ਐਜ਼ ਸਟੇਟਡ ਅਬਵ ਟੂ ਡਰਾ ਲੀਵ ਟਰੈਵਲ ਕੰਸੈਸ਼ਨ। ਦੈਨ ਇਹਦੇ ਵਿੱਚ ਇਹ ਲਿਖਿਆ ਕਿ ਜਿਵੇਂ ਕਿ ਮੇਰੇ ਹਸਬੈਂਡ ਆ ਜਿਹੜਾ ਉਹ ਟਰੈਵਲ ਕੰਸੈਸ਼ਨ ਫਾਰ ਐਗਜ਼ਾਮਪਲ ਜਿਹੜਾ ਮੈਂ ਦੱਸ ਰਿਹਾ, ਜਿਵੇਂ ਕਿ ਮੇਰੇ ਹਸਬੈਂਡ ਆ ਜਿਹੜੇ ਉਹ ਟਰੈਵਲ ਕੰਸੈਸ਼ਨ ਨਹੀਂ ਅਵੇਲ ਕਰ ਰਹੇ, ਸੋ ਮੈਂ ਜਿਹੜਾ ਹੈਗਾ ਐਲਟੀਸੀ ਆ ਜਿਹੜਾ ਆਪਟ ਕਰਦੀ ਆ ਕਿ ਮੈਂ ਐਲਟੀਸੀ ਆ ਜਿਹੜਾ ਆਪਣਾ ਟਰੈਵਲ ਕੰਸੈਸ਼ਨ ਆ ਜਿਹੜਾ ਡਰਾ ਕਰਨ ਦੀ ਜਿਹੜੀ ਹੈਗੀ ਆ ਆਪਸ਼ਨ ਦਿੰਨੀ ਹੈਗੀ ਆ। ਦੈਨ ਔਰ ਦੇ ਵਿੱਚ ਹੈ ਕਿ ਮਾਈ ਸਪਾਊਸ ਇਜ਼ ਕਲੇਮਿੰਗ ਅਵੇਲਿੰਗ ਐਲਟੀਸੀ ਫਰੋਮ ਹਿਜ਼ ਹਰ ਏਮਪਲੋਇਰ ਔਰ ਫਰੋਮ ਪੈਨਸ਼ਨ। ਦੈਨ ਇਹਦਾ ਵਾਈਸ ਵਰਸਾ ਹੈਗਾ ਜੀ ਔਰ ਦੇ ਵਿੱਚ ਕਿ ਐਜ਼ ਜਿਵੇਂ ਕਿ ਮੇਰਾ ਜਿਹੜਾ ਹਸਬੈਂਡ ਹੈਗਾ ਟਰੈਵਲ ਕੰਸੈਸ਼ਨ ਦੀ ਜਿਹੜੀ ਹੈਗੀ ਆ ਉਹ ਜਿਹੜੇ ਹੈਗੇ ਆਪਣੇ ਪੈਨਸ਼ਨ ਡਿਸਪਰਸਿੰਗ ਬੈਂਕ ਤੋਂ ਜਿਹੜਾ ਹੈਗਾ ਕਲੇਮ ਕਰ ਰਹੇ ਨੇ, ਸੋ ਮੈਂ ਜਿਹੜਾ ਹੈਗਾ ਐਲਟੀਸੀ ਆ ਜਿਹੜਾ ਵਿਦਡਰਾ ਨਹੀਂ ਕਰ ਰਹੀ ਹੈਗੀ, ਡਰਾ ਨਹੀਂ ਕਰ ਰਹੀ। ਸੋ ਇਹ ਸੀਗੀ 30/5/22 ਦੇ ਜਿਹੜੇ ਇੰਸਟਰਕਸ਼ਨ ਨੇ। ਨੈਕਚਰ ਇਹ ਆ ਜਿਹੜਾ ਪੈਨਸ਼ਨਰ ਲਈ ਹੈ, ਮੈਂ ਜਿਹੜੇ ਹੈਗੇ ਆ ਲੀਵ ਟਰੈਵਲ ਕੰਸੈਸ਼ਨ ਦੇ ਇੰਸਟਰਕਸ਼ਨ ਆ ਇੰਪਲਾਈ ਲਈ ਦੱਸੇ ਆ। ਜਦੋਂ ਪੈਨਸ਼ਨਰ ਲਈ ਜਿਹੜੇ ਟਰੈਵਲ ਕੰਸੈਸ਼ਨ ਦੀ ਮੈਂ ਅਲੱਗ ਵੀਡੀਓ ਲੈ ਕੇ ਆਉਂਗਾ, ਉਹਦੇ ਵਿੱਚ ਦੱਸਾਂਗਾ, ਉਹਦੇ ਵਿੱਚ ਹੀ ਮੈਂ ਨੈਕਚਰ ਏ ਦਾ ਜਿਹੜਾ ਜ਼ਿਕਰ ਕਰੂੰਗਾ, ਉਹਦੇ ਵਿੱਚ ਪ੍ਰੋਪਰਲੀ ਸਮਝਾਊਂਗਾ ਕਿ ਟਰੈਵਲ ਕੰਸੈਸ਼ਨ ਕੀ ਹੁੰਦਾ, ਟੀਸੀ ਕੀ ਹੁੰਦਾ, ਪੈਨਸ਼ਨਰ ਨੂੰ ਕਿਵੇਂ ਮਿਲਦਾ ਹੈ ਤੇ ਕੀ ਇਹਦੇ ਇੰਸਟਰਕਸ਼ਨ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜੇ ਲੇਟੈਸਟ ਕੀ ਹੋਏ ਨੇ, ਉਹਦੇ ਵਿੱਚ ਜਿਹੜਾ ਨੈਕਚਰ ਇਹਦਾ ਮੈਂ ਜ਼ਿਕਰ ਕਰੂੰਗਾ। ਜੇ ਤੁਹਾਨੂੰ ਹੁਣ ਵੀ ਇਹ ਨੈਕਚਰ ਏ ਜਾਂ ਬੀ ਚਾਹੀਦੇ ਹੁਣ, ਜੇ ਨੋਟੀਫਿਕੇਸ਼ਨ ਚਾਹੀਦੀ ਹੈ ਮੈਨੂੰ ਕਮੈਂਟ ਬਾਕਸ 'ਚ ਦੱਸ ਦਿਓ, ਮੈਂ ਪ੍ਰੋਵਾਈਡ ਕਰ ਦੂੰਗਾ ਜੀ। ਸੋ ਥੈਂਕ ਯੂ ਜੀ। ਸੋ ਕਾਈਂਡਲੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਜੋ ਤੁਹਾਨੂੰ ਨੋਟੀਫਿਕੇਸ਼ਨ ਚਾਹੀਦੀ ਹੋਈ ਮੈਂ ਤੁਹਾਨੂੰ ਪ੍ਰੋਵਾਈਡ ਕਰ ਦੂੰਗਾ। ਇਹ ਸੀਗੇ ਐਲਟੀਸੀ ਦੇ ਇੰਸਟਰਕਸ਼ਨ। ਅੱਜ ਪਾਰਟ 2 ਦੇ ਵਿੱਚ ਇਹ ਜਿਹੜਾ ਹੈਗਾ ਐਲਟੀਸੀ ਦਾ ਜਿਹੜਾ ਚੈਪਟਰ ਹੈ ਜਿਹੜਾ ਇਹ ਖਤਮ ਹੁੰਦਾ ਹੈ, ਇਹਦੇ ਵਿੱਚ ਮੈਂ ਤੁਹਾਨੂੰ ਸਾਰੀਆਂ ਇੰਸਟਰਕਸ਼ਨ ਦੱਸ ਦਿੱਤੇ ਨੇ, ਸਾਰੀ ਨੋਟੀਫਿਕੇਸ਼ਨਾਂ ਤੁਹਾਨੂੰ ਮੈਂ ਇਹਦੇ ਵਿੱਚ ਜ਼ਿਕਰ ਕਰ ਦਿੱਤਾ ਗਿਆ। ਸੋ ਨੈਕਸਟ ਵੀਡੀਓ 'ਚ ਨੈਕਸਟ ਵੀਕ ਮਿਲਦੇ ਆ ਜੀ। ਸੋ ਕਾਈਂਡਲੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਹੁਣੇ ਵਿਜ਼ਿਟ ਕੀਤਾ, ਅੱਜ ਹੀ ਵਿਜ਼ਿਟ ਕੀਤਾ ਤਾਂ ਕਾਈਂਡਲੀ ਉਹਨੂੰ ਸਬਸਕ੍ਰਾਈਬ ਕਰ ਲਿਓ, ਦੈਨ ਸ਼ੇਅਰ ਵੀ ਕਰ ਦਿਓ, ਲਾਈਕ ਵੀ ਕਰ ਦਿਓ ਤੇ ਕਮੈਂਟ ਕਰਕੇ ਦੱਸ ਵੀ ਦਿਓ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਮੇਰਾ ਸਮਝਾਉਣਾ ਕਿਸੇ ਸਬਜੈਕਟ ਨੂੰ ਲੈ ਕੇ, ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਕਿ ਮੈਂ ਕਿਹੜੀਆਂ ਚੀਜ਼ਾਂ ਦੱਸਦਾ, ਕੋਈ ਇੰਸਟਰਕਸ਼ਨ ਚਾਹੀਦਾ ਹੈ ਉਹ ਵੀ ਤੁਸੀਂ ਦੱਸ ਦਿਓ। ਸੋ ਥੈਂਕ ਯੂ ਜੀ।